ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਅਗਿਆਨੀ ਲੋਕ ਇਹ ਸ਼ੰਕਾ ਕਰਦੇ ਹਨ ਕਿ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਅਤੇ ਗੁਰਾਂ ਦੇ ਸਨਮੁਖ ਅਰਦਾਸ ਕਰਨ ਦੀ ਕਿਰਿਆ ਬੁੱਤ ਪ੍ਰਸਤੀ ਹੈ। ਉਹ ਕਹਿੰਦੇ ਹਨ ਕਿ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਅਤੇ ਹਿੰਦੂਆਂ ਦਾ ਮੂਰਤੀਆਂ ਪੂਜਣਾ ਇੱਕੋ ਹੀ ਚੀਜ਼ ਹੈ। ਕੁਝ ਇਸੇ ਤਰ੍ਹਾਂ ਦੇ ਵਿਚਾਰ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਸਾਹਮਣੇ ਉਹਨਾਂ ਦੇ ਗੋਰੇ ਅਫਸਰ ਨੇ ਉਸ ਸਮੇਂ ਪ੍ਰਗਟ ਕੀਤੇ ਸਨ ਜਦੋਂ ਉਹ 1902-3 ਵਿੱਚ ਸਬ ਤਹਿਸੀਲਦਾਰ ਦੀ ਨੌਕਰੀ ਕਰਦੇ ਸਨ। ਇਸ ਸਮੇਂ ਪੰਜਾਬ ਵਿੱਚ ਪਲੇਗ ਨਾਂ ਦੀ ਬਹੁਤ ਖਤਰਨਾਕ ਬਿਮਾਰੀ ਫੈਲੀ ਹੋਈ ਸੀ। ਸੋ ਭਾਈ ਸਾਹਿਬ ਦੋ ਗੋਰੇ ਅਫਸਰਾਂ ਨਾਲ ਅਤੇ ਮੈਡੀਕਲ ਟੀਮ ਨਾਲ ਪਿੰਡ-ਪਿੰਡ ਜਾ ਕੇ ਪਲੇਗ ਨਾਲ ਪੀੜਤ ਲੋਕਾਂ ਦੀ ਸਾਰ ਲੈ ਰਹੇ ਸਨ। ਇਸੇ ਦੌਰਾਨ ਹੀ ਭਾਈ ਸਾਹਿਬ ਅਤੇ ਉਹਨਾਂ ਦੇ ਗੋਰੇ ਅਫਸਰ ਕਿਤੇ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਭਾਈ ਸਾਹਿਬ ਜੀ ਦੀ ਨਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਮਾਨ ਸਰੂਪ ਪਿਆ। ਜਦੋਂ ਭਾਈ ਸਾਹਿਬ ਨੇ ਗੁਰੂ ਸਾਹਿਬ ਜੀ ਦਾ ਸਰੂਪ ਦੇਖਿਆ ਤਾਂ ਉਹ ਅਤਿ ਸ਼ੀਘਰਤਾ ਨਾਲ ਘੋੜੇ ਤੋਂ ਉਤਰ ਗਏ ਅਤੇ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਜਾ ਮੱਥਾ ਟੇਕਿਆ। ਭਾਈ ਸਾਹਿਬ ਭੁੱਲ ਗਏ ਕਿ ਉਹ ਅਫਸਰਾਂ ਨਾਲ ਡਿਊਟੀ ਤੇ ਸਨ ਅਤੇ ਉਹਨਾਂ ਨਾਲ ਗੋਰੇ ਅਫਸਰਾਂ ਤੋਂ ਇਲਾਵਾ ਪੂਰੀ ਟੀਮ ਸੀ। ਭਾਈ ਸਾਹਿਬ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਮੱਥਾ ਟੇਕਣ ਤੋਂ ਉਪਰੰਤ ਜਦੋਂ ਉੱਠੇ ਤਾਂ ਕੀ ਦੇਖਦੇ ਹਨ ਕਿ ਦੋਵੇਂ ਗੋਰੇ ਅਫਸਰ ਅਤੇ ਸਾਰਾ ਅਮਲਾ ਵੀ ਘੋੜਿਆਂ ਤੋਂ ਉਤਰ ਕੇ ਮੱਥਾ ਟੇਕ ਰਿਹਾ ਹੈ। ਭਾਈ ਸਾਹਿਬ ਸਮਝ ਗਏ ਕਿ ਗੋਰੇ ਅਫਸਰ ਉੱਪਰੋਂ ਆਏ ਹੁਕਮਾਂ ਮੁਤਾਬਕ ਸਥਾਨਕ ਰੀਤੀ ਰਿਵਾਜ ਦਾ ਸਤਿਕਾਰ ਰੱਖਣ ਕਾਰਨ ਭਾਈ ਸਾਹਿਬ ਦੀ ਰੀਸੇ ਮੱਥਾ ਟੇਕਣ ਦੀ ਕਿਰਿਆ ਕਰ ਰਹੇ ਸਨ। ਉਹਨਾਂ ਦਾ ਗੁਰੂ ਸਾਹਿਬ ਤੇ ਕੋਈ ਵਿਸ਼ਵਾਸ ਨਹੀਂ ਸੀ। ਭਾਈ ਸਾਹਿਬ ਹੁਰੀ ਜਦੋਂ ਵਾਪਸ ਆਪਣੇ ਘੋੜੇ ਤੇ ਸਵਾਰ ਹੋਏ ਤਾਂ ਗੋਰੇ ਅਫਸਰ ਨੇ ਹੈਰਾਨੀ ਨਾਲ ਪੁੱਛਿਆ ਕਿ ਇਹ ਹੁਣੇ ਹੀ ਤੁਸੀਂ ਜੋ ਮੱਥਾ ਟੇਕਿਆ ਹੈ ਇਸ ਦਾ ਕੀ ਮਤਲਬ ਹੈ। ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਕਿਉਂਕਿ ਉਹ ਸਾਡੇ ਸੱਚੇ ਗੁਰਦੇਵ ਹਨ ਅਤੇ ਸਾਡੇ ਮਤ ਵਿੱਚ ਆਪਣੇ ਗੁਰਦੇਵ ਦਾ ਸਤਿਕਾਰ ਅਤੇ ਅਦਬ ਇਸੇ ਤਰੀਕੇ ਨਾਲ ਕੀਤਾ ਜਾਂਦਾ ਹੈ। ਜਵਾਬ ਵਿੱਚ ਗੋਰੇ ਅਫਸਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਹੋਰ ਸਭ ਖੂਬੀਆਂ ਹਨ, ਬਸ ਇੱਕ ਇਹੋ ਹੀ ਐਬ ਹੈ ਕਿ ਸਿੱਖ ਬੁੱਤ ਪ੍ਰਸਤੀ ਕਰਦੇ ਹਨ। ਇਸ ਦੇ ਜਵਾਬ ਵਿੱਚ ਭਾਈ ਸਾਹਿਬ ਨੇ ਉਸ ਅਫਸਰ ਨੂੰ ਪੁੱਛਿਆ ਕਿ ਬੁੱਤ ਪ੍ਰਸਤੀ ਦੀ ਪਰਿਭਾਸ਼ਾ ਕੀ ਹੈ। ਅਫਸਰ ਨੇ ਜਵਾਬ ਦਿੱਤਾ ਕਿ ਭਾਵੇਂ ਆਮ ਤੌਰ ਤੇ ਆਪਣੇ ਹੱਥੀਂ ਪੱਥਰ ਬਣਾ ਕੇ ਉਸ ਦੀ ਹੀ ਪੂਜਾ ਕਰਨੀ ਬੁੱਤ ਪ੍ਰਸਤੀ ਸਮਝੀ ਜਾਂਦੀ ਹੈ, ਪਰ ਅਸਲ ਵਿੱਚ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਵੀ ਸ਼ੈ ਦੀ ਪੂਜਾ ਕਰਨੀ ਜਾਂ ਉਸ ਚੀਜ਼ ਦਾ ਲੋੜ ਤੋਂ ਵੱਧ ਅਦਬ ਕਰਨਾ ਬੁੱਤ ਪ੍ਰਸਤੀ ਹੈ। ਅੰਗਰੇਜ਼ੀ ਵਿੱਚ ਉਸਨੇ ਕਿਹਾ ਸੀ, worship and excessive veneration of anything which is not God is also idolatry। ਇਹ ਸੁਣ ਕੇ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਫਿਰ ਤਾਂ ਸਿੱਖਾਂ ਉੱਪਰ ਬੁੱਤ ਪ੍ਰਸਤੀ ਦਾ ਫਤਵਾ ਕਦੇ ਵੀ ਆਇਦ ਨਹੀਂ ਹੋ ਸਕਦਾ, ਕਿਉਂਕਿ ਸਿੱਖ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਨਾ ਪੂਜਾ ਕਰਦੇ ਹਨ ਅਤੇ ਨਾ ਹੀ ਝੁਕਦੇ ਹਨ। ਇਸ ਤੇ ਗੋਰੇ ਅਫਸਰ ਨੇ ਕਿਹਾ ਕਿ ਤੁਸੀਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਵੀ ਟੇਕਦੇ ਹੋ ਅਤੇ ਪੂਜਾ ਵੀ ਕਰਦੇ ਹੋ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਕੇਵਲ ਪਰਮੇਸ਼ਰ ਦੀ ਪੂਜਾ ਕਰਦੇ ਹੋ। ਇਸ ਤੇ ਭਾਈ ਸਾਹਿਬ ਨੇ ਕਿਹਾ ਕਿ ਇਹ ਇੱਕ ਅਟੱਲ ਸੱਚਾਈ ਹੈ ਕਿ ਪਰਮੇਸ਼ਰ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਭੇਦ ਨਹੀਂ ਹੈ। ਇਸ ਜਵਾਬ ਤੋਂ ਭਾਈ ਸਾਹਿਬ ਅਤੇ ਉਹਨਾਂ ਦੇ ਗੋਰੇ ਅਫਸਰਾਂ ਵਿੱਚ ਇਸ ਵਿਸ਼ੇ ਤੇ ਬਹੁਤ ਲੰਬੀ ਵਿਚਾਰ ਛਿੜ ਪਈ, ਜਿਸ ਦੇ ਅਖੀਰ ਵਿੱਚ ਭਾਈ ਸਾਹਿਬ ਨੇ ਇਹ ਸਿੱਧ ਕਰ ਦਿਖਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਹੀ ਹਨ। ਇਹ ਜੋ ਧਾਰਮਿਕ ਚਰਚਾ ਭਾਈ ਸਾਹਿਬ ਅਤੇ ਗੋਰੇ ਅਫਸਰਾਂ ਵਿੱਚ ਹੋਈ ਸੀ, ਇਸ ਦੀ ਕੀਮਤ ਰਾਜਾ ਮਿਲਿੰਦ ਅਤੇ ਬੋਧੀ ਮਹਾਪੁਰਖ ਨਾਗਸੇਨ ਦੀ ਚਰਚਾ ਨਾਲੋਂ ਜਾਂ ਧਾਰਮਿਕ ਜੀਨੀਅਸ ਆਦਿ ਸ਼ੰਕਰਾਚਾਰਿਆ ਅਤੇ ਮੰਡਨ ਮਿਸ਼ਰਾ ਦੀ ਲਾਸਾਨੀ ਧਾਰਮਿਕ ਚਰਚਾ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹੈ। ਪਰ ਸਿੱਖ ਆਪਣੇ ਵਿਰਸੇ ਤੋਂ ਅਣਜਾਣ ਹੋਣ ਕਾਰਨ ਆਪਣੇ ਮਹਾਨ ਵਿਰਸੇ ਤੇ ਨਾ ਤਾਂ ਖੁਦ ਹੀ ਮਾਣ ਕਰ ਸਕਦੇ ਹਨ, ਨਾ ਦੁਨੀਆ ਨੂੰ ਇਸ ਬਾਰੇ ਦੱਸ ਕੇ ਗੌਰਵ ਮਹਿਸੂਸ ਕਰਨ ਨੂੰ ਸਮਰੱਥ ਹਨ। ਪਰ ਕੋਈ ਦਿਨ ਆਵੇਗਾ ਜਦੋਂ ਇਸ ਧਾਰਮਿਕ ਚਰਚਾ ਦੀ ਕਦਰ ਪਛਾਣੀ ਜਾਵੇਗੀ ਅਤੇ ਇਹ ਚਰਚਾ ਧਰਮ ਦੀ ਦੁਨੀਆ ਵਿੱਚ ਆਪਣਾ ਬਣਦਾ ਸਥਾਨ ਹਾਸਲ ਕਰੇਗੀ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਸਿੱਧਾ ਨਾਲ ਹੋਈ ਗੋਸ਼ਟ ਜਾਂ ਸਵਾਮੀ ਰਾਮਾਨੰਦ ਜੀ ਨਾਲ ਹੋਈ ਮਧੁਰ ਵਿਚਾਰ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਗੁਰੂ ਸਾਹਿਬ ਜੀ ਦੀਆਂ ਗੋਸ਼ਟਾਂ ਧਾਰਮਿਕ ਚਰਚਾ ਤੋਂ ਘਣੀਆਂ ਉਚੇਰੀਆਂ ਹਨ। ਇਹ ਸ਼ੁੱਧ ਆਤਮ ਵਾਲੇ ਮਹਾਂਪੁਰਖਾਂ ਦੀਆਂ ਵਿਚਾਰਾਂ ਹਨ ਜੋ ਸੰਸਾਰ ਅਤੇ ਬੁੱਧੀ ਮੰਡਲਾਂ ਤੋਂ ਉੱਪਰਲੇ ਕਿਸੇ ਅਜ਼ਗੈਬੀ ਮੰਡਲਾਂ ਦੀਆਂ ਬਾਤਾਂ ਹਨ। ਖੈਰ, ਭਾਈ ਸਾਹਿਬ ਦੀ ਇਸ ਵਿਚਾਰ ਦਾ ਸਾਰਾਂਸ਼ ਉਹਨਾਂ ਦੀ ਕਿਤਾਬ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ ਵਿੱਚ ਦਰਜ ਹੈ। ਭਾਈ ਸਾਹਿਬ ਜੀ ਦੀ ਵਿਚਾਰ ਦਾ ਸਾਰ ਇਹ ਹੈ ਕਿ ਗੁਣੀ ਅਤੇ ਗੁਣ ਅਭੇਦ ਹੁੰਦੇ ਹਨ। ਗੁਣੀ ਦੀ ਹਸਤੀ ਉਸਦੇ ਗੁਣਾਂ ਦਾ ਸਮੂਹ ਹੀ ਹੋਇਆ ਕਰਦੀ ਹੈ ਅਤੇ ਇਸ ਤੋਂ ਵੱਧ ਕੇ ਕੁਝ ਨਹੀਂ। ਹਸਤੀ ਹੈ ਹੀ ਗੁਣਾਂ ਦਾ ਸਮੂਹ। ਕਿਸੇ ਵੀ ਹਸਤੀ ਦਾ ਕੋਈ ਅਜਿਹਾ ਪਹਿਲੂ ਨਹੀਂ ਹੁੰਦਾ ਜੋ ਉਸ ਹਸਤੀ ਦੇ ਸਮੁੱਚੇ ਗੁਣਾਂ ਤੋਂ ਬਾਹਰ ਹੋਵੇ। ਜੇ ਤੁਸੀਂ ਕਿਸੇ ਹਸਤੀ ਦੇ ਸਾਰੇ ਗੁਣ ਖੋਹ ਲਵੋ ਤਾਂ ਉਹ ਹਸਤੀ ਵੀ ਖਤਮ ਹੋ ਜਾਵੇਗੀ। ਸ਼ੰਕਾ ਕਰਨ ਵਾਲੇ ਤਰਕਵਾਦੀ ਇਸ ਦਾ ਜਵਾਬ ਇਸ ਤਰ੍ਹਾਂ ਦਿੰਦੇ ਹਨ ਕਿ ਚਲੋ, ਜੇ ਇਹ ਮੰਨ ਲਿਆ ਜਾਵੇ ਕਿ ਗੁਣ ਅਤੇ ਗੁਣੀ ਅਭੇਦ ਹੁੰਦੇ ਹਨ ਤਾਂ ਫਿਰ ਵੀ ਇਹ ਕਿਵੇਂ ਸਾਬਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਣੀ ਅਕਾਲ ਪੁਰਖ ਹਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੇਵਲ ਅਕਾਲ ਪੁਰਖ ਦੇ ਗੁਣ ਦਰਜ ਹੀ ਹਨ।
ਉਹ ਗੁਣ ਸੱਚੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਭਾਈ ਸਾਹਿਬ ਨੇ ਇਸ ਕਿਤਾਬ ਵਿੱਚ ਇਸ ਸਵਾਲ ਦਾ ਉੱਤਰ ਇਸ ਤਰ੍ਹਾਂ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦੇ ਸਾਰੇ ਗੁਣਾਂ ਦਾ ਵਰਣਨ ਕੇਵਲ ਦਰਜ ਹੀ ਨਹੀਂ ਹੈ, ਬਲਕਿ ਉਹ ਗੁਣ ਪ੍ਰਤੱਖ ਰੂਪ ਵਿੱਚ ਗੁਰੂ ਜੀ ਵਿੱਚ ਮੌਜੂਦ ਵੀ ਹਨ। ਸੰਸਾਰੀ ਤੌਰ ਤੇ ਗੁਣਾਂ ਦਾ ਵਰਣਨ ਅਤੇ ਗੁਣ ਅਲੱਗ-ਅਲੱਗ ਹਸਤੀ ਰੱਖਦੇ ਹਨ। ਜਿਵੇਂ ਪਾਣੀ ਦੇ ਗੁਣ ਹਨ ਕਿ ਉਹ ਜੀਵ ਦੀ ਪਿਆਸ ਬੁਝਾਉਂਦਾ ਹੈ ਅਤੇ ਪਾਣੀ ਠੰਡਾ ਹੁੰਦਾ ਹੈ। ਪਾਣੀ ਦੇ ਇਹ ਪਿਆਸ ਬੁਝਾਉਣ ਵਾਲੇ ਗੁਣ ਦਾ ਅਤੇ ਠੰਡਕ ਵਾਲੇ ਗੁਣ ਦਾ ਕੇਵਲ ਵਰਣਨ ਮਾਤਰ ਪੜ੍ਹਨ ਨਾਲ ਕਿਸੇ ਦੀ ਪਿਆਸ ਨਹੀਂ ਬੁਝ ਸਕਦੀ ਅਤੇ ਕਿਸੇ ਨੂੰ ਪਾਣੀ ਦੀ ਸੀਤਲਤਾ ਅਨੁਭਵ ਨਹੀਂ ਹੋ ਸਕਦੀ। ਪਾਣੀ ਦੀ ਸੀਤਲਤਾ ਅਤੇ ਪਿਆਸ ਬੁਝਾਉਣ ਵਾਲੇ ਗੁਣਾਂ ਦਾ ਅਨੁਭਵ ਕਰਨ ਲਈ ਪਾਣੀ ਨੂੰ ਸਪਰਸ਼ ਕਰਨਾ ਪਵੇਗਾ ਅਤੇ ਪੀਣਾ ਪਵੇਗਾ। ਪਰ ਰੱਬ ਰੂਪੀ ਗੁਰਬਾਣੀ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਨਾ ਕੇਵਲ ਪਰਮੇਸ਼ਰ ਦੇ ਗੁਣਾਂ ਦਾ ਵਰਣਨ ਹੈ, ਬਲਕਿ ਇਹ ਗੁਣ ਪ੍ਰਤੱਖ ਤੌਰ ਤੇ ਗੁਰਬਾਣੀ ਵਿੱਚ ਮੌਜੂਦ ਵੀ ਹਨ। ਜਿਵੇਂ ਕਿ ਪਰਮੇਸ਼ਰ ਦਾ ਗੁਣ ਹੈ ਕਿ ਉਹ ਦੁੱਖ ਭੰਜਨ ਹੈ ਅਤੇ ਇਸ ਗੁਣ ਦਾ ਵਰਣਨ ਗੁਰਬਾਣੀ ਵਿੱਚ ਦਰਜ ਹੈ। ਗੁਰਬਾਣੀ ਵਿੱਚ ਕੇਵਲ ਦੁੱਖ ਭੰਜਨ ਗੁਣ ਦਾ ਵਰਣਨ ਹੀ ਨਹੀਂ ਹੈ, ਬਲਕਿ ਪਰਮੇਸ਼ਰ ਦਾ ਇਹ ਗੁਣ ਗੁਰਬਾਣੀ ਵਿੱਚ ਮੌਜੂਦ ਵੀ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਗੁਣ ਪਰਮੇਸ਼ਰ ਵਿੱਚ ਮੌਜੂਦ ਹੈ। ਜੋ ਕੋਈ ਵੀ ਗੁਰਬਾਣੀ ਦਾ ਪਾਠ ਕੀਰਤਨ ਕਰਦਾ ਹੋਇਆ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਉਤਾਰ ਲੈਂਦਾ ਹੈ, ਉਸ ਦੇ ਦੁੱਖ ਖਤਮ ਹੋ ਜਾਂਦੇ ਹਨ। ਗੱਲ ਕੀ ਗੁਰਬਾਣੀ ਅਸਲ ਵਿੱਚ ਪਰਮੇਸ਼ਰ ਦਾ ਹੀ ਇੱਕ ਰੂਪ ਹੈ। ਇਹ ਪਰਮੇਸ਼ਰ ਤੋਂ ਭਿੰਨ ਚੀਜ਼ ਦਾ ਨਾਂ ਨਹੀਂ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਦਾ ਇੱਕ ਗੁਣ ਇਹ ਦਰਜ ਹੈ ਕਿ ਉਸ ਦੇ ਅਨੇਕਾਂ ਰੂਪ ਹਨ ਅਤੇ ਬੇਅੰਤ ਗੁਣ ਹਨ। ਸੁਣੋ ਜੀ ਇਹ ਗੁਰਵਾਕ। ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। ਰਹਾਓ। ਗੁਰਬਾਣੀ ਵੀ ਪਰਮੇਸ਼ਰ ਦਾ ਰੂਪ ਹੋਣ ਕਰਕੇ ਦੁੱਖ ਭੰਜਨ ਹੈ ਅਤੇ ਗੁਰਬਾਣੀ ਦੁੱਖ ਭੰਜਨ ਕੇਵਲ ਇਸ ਕਰਕੇ ਹੀ ਹੈ ਕਿਉਂਕਿ ਗੁਰਬਾਣੀ ਪਰਮੇਸ਼ਰ ਆਪ ਹੈ। ਪਰਮੇਸ਼ਰ ਉਦੋਂ ਸਿੱਖ ਵਾਸਤੇ ਦੁੱਖ ਭੰਜਨ ਬਣਦਾ ਹੈ ਜਦੋਂ ਸਿੱਖ ਪਰਮੇਸ਼ਰ ਨੂੰ ਪਰਸਦਾ ਹੈ, ਅਤੇ ਇਸੇ ਤਰ੍ਹਾਂ ਹੀ ਗੁਰਬਾਣੀ ਵੀ ਉਦੋਂ ਹੀ ਦੁੱਖ ਭੰਜਨ ਬਣਦੀ ਹੈ ਜਦੋਂ ਸਾਧਕ ਗੁਰਬਾਣੀ ਦਾ ਇੱਕ ਮਨ ਹੋ ਕੇ ਪਾਠ ਜਾਂ ਕੀਰਤਨ ਕਰਦਾ ਹੈ ਅਤੇ ਇਸ ਵਿਦ ਗੁਰਬਾਣੀ ਨੂੰ ਪਰਸਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਸੀਤਲ ਹੈ ਅਤੇ ਗੁਰਬਾਣੀ ਵੀ ਪਰਮੇਸ਼ਰ ਦਾ ਰੂਪ ਹੋਣ ਕਰਕੇ ਸੀਤਲ ਹੈ। ਪਰ ਪਰਮੇਸ਼ਰ ਅਤੇ ਗੁਰਬਾਣੀ ਦਾ ਇਹ ਸੀਤਲਤਾ ਵਾਲਾ ਗੁਣ ਉਸੇ ਨੂੰ ਹੀ ਮਹਿਸੂਸ ਹੁੰਦਾ ਹੈ ਜੋ ਪਰਮੇਸ਼ਰ ਨੂੰ ਅਤੇ ਗੁਰਬਾਣੀ ਨੂੰ ਪਰਸਦਾ ਹੈ। ਤਰਕਵਾਦੀ ਨੇ ਜਦੋਂ ਇਹ ਤਰਕ ਦਿੱਤੀ ਕਿ ਪਰਮੇਸ਼ਰ ਤਾਂ ਨਿਰਗੁਣ ਸਰੂਪ ਹੈ ਅਤੇ ਜੋਤ ਸਰੂਪ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 5 ਤੱਤਾਂ ਦੇ ਬਣੇ ਹੋਏ ਹਨ, ਤਾਂ ਭਾਈ ਸਾਹਿਬ ਜੀ ਨੇ ਮੋੜਵਾਂ ਜਵਾਬ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਜੋਤ ਸਰੂਪ ਹਨ ਅਤੇ ਨਿਰਗੁਣ ਰੂਪ ਹਨ। ਉਹ ਕਹਿਣ ਲੱਗਾ ਕਿ ਦਿਖਾਓ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰਗੁਣ ਸਰੂਪ ਅਤੇ ਜੋਤ ਸਰੂਪ ਹਨ। ਤਾਂ ਭਾਈ ਸਾਹਿਬ ਨੇ ਕਿਹਾ ਕਿ ਤੂੰ ਦਿਖਾ ਕਿ ਕਿਵੇਂ ਪਰਮੇਸ਼ਰ ਨਿਰਗੁਣ ਸਰੂਪ ਅਤੇ ਜੋਤ ਸਰੂਪੀ ਹੈ। ਜਿਵੇਂ ਪਰਮੇਸ਼ਰ ਦੇ ਨਿਰਗੁਣ ਅਤੇ ਦਿਵ ਲਤੀਫੀ ਜੋਤ ਸਰੂਪ ਦੇਖਣ ਲਈ ਬੰਦਗੀ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਗੁਣ ਅਤੇ ਜੋਤ ਸਰੂਪ ਨੂੰ ਦੇਖਣ ਲਈ ਅਥਾਹ ਭਗਤੀ ਕਰਨੀ ਪੈਂਦੀ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ। ਰਹਾਓ। ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਰ ਬ੍ਰਹਮ ਕਰਕੇ ਸਮਝਣਾ ਚਾਹੀਦਾ ਹੈ। ਪਰਮੇਸ਼ਰ ਨੂੰ ਅਤੇ ਸਤਿਗੁਰੂ ਨੂੰ ਇੱਕ ਸਮਝਣਾ ਚਾਹੀਦਾ ਹੈ। ਜੋ ਇਸ ਤਰ੍ਹਾਂ ਦੀ ਸ਼ਰਧਾ ਸਤਿਗੁਰਾਂ ਤੇ ਧਾਰਦੇ ਹਨ, ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਹਨ। ਗੁਣੀ ਅਕਾਲ ਪੁਰਖ ਨੂੰ ਗੁਣਾਂ ਨਾਲ ਵਸ ਕੀਤਾ ਜਾਂਦਾ ਹੈ। ਹਰੀ ਦੇ ਗੁਣ ਜੋ ਕਿ ਗੁਰਬਾਣੀ ਵਿੱਚ ਦਰਜ ਹਨ, ਉਹਨਾਂ ਨੂੰ ਬੋਲ ਬੋਲ ਕੇ ਗੁਣੀ ਅਕਾਲ ਪੁਰਖ ਵਿੱਚ ਸਮਾ ਜਾਈਦਾ ਹੈ, ਜੈਸਾ ਕਿ ਇਹ ਗੁਰਵਾਕ ਹੁਕਮ ਕਰਦਾ ਹੈ। ਹਉ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਰਹਾਓ। ਅਕਾਲ ਪੁਰਖ ਦੇ ਗੁਣ ਕਿੱਥੋਂ ਪ੍ਰਾਪਤ ਹੁੰਦੇ ਹਨ? ਉੱਤਰ ਹੈ ਸੱਚੇ ਗੁਰੂ ਤੋਂ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਸੋਮਾ ਹੈ। ਗੁਰਬਾਣੀ ਸਾਰੀ ਦੀ ਸਾਰੀ ਇੱਕ ਇੱਕ ਅੱਖਰ ਅਕਾਲ ਪੁਰਖ ਦੇ ਗੁਣਾਂ ਦਾ ਰੂਪ ਹੈ। ਗੁਰਬਾਣੀ ਰੂਪ ਗੁਣ ਬੋਲ ਬੋਲ ਕੇ ਗੁਣੀ ਵਾਹਿਗੁਰੂ ਵਿੱਚ ਸਮਾ ਜਾਈਦਾ ਹੈ। ਬਸ ਇਹੋ ਹੀ ਤਤ ਗੁਰਮਤ ਆਦਰਸ਼ ਹੈ, ਇਹੋ ਹੀ ਗੁਰਮਤ ਦੀ ਨੀਂਹ ਹੈ। ਸਾਡੀ ਅੱਜ ਦੀ ਵੀਡੀਓ ਦੀ ਵਿਚਾਰ ਭਾਈ ਸਾਹਿਬ ਦੀ ਪੁਸਤਕ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ ਤੇ ਆਧਾਰਿਤ ਹੈ। ਇਹ ਪੁਸਤਕ ਭਾਈ ਸਾਹਿਬ ਜੀ ਦੀ ਪਹਿਲੀ ਪੁਸਤਕ ਹੈ ਅਤੇ ਇਸ ਵਿੱਚ ਗੁਰਮਤ ਦੀ ਅਤ ਉੱਚੀ ਫਿਲਾਸਫੀ ਦਰਜ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮੇਸ਼ਰ ਰੂਪ ਹੋਣ ਦੇ ਵਿਸ਼ੇ ਪਰ ਪਹਿਲੀ ਪੁਸਤਕ ਹੈ ਅਤੇ ਹੁਣ ਤੱਕ ਇਸ ਵਿਸ਼ੇ ਉੱਪਰ
ਇਸ ਤੋਂ ਬਿਹਤਰ ਪੁਸਤਕ ਦ੍ਰਿਸ਼ਟੀਗੋਚਰ ਨਹੀਂ ਹੋਈ। ਇਸ ਪੁਸਤਕ ਵਿੱਚ ਪੇਚੀਦਾ ਪਰ ਕਮਾਲ ਦਾ ਫਲਸਫਾ ਦਰਜ ਹੈ, ਜੋ ਕਿ ਸਿਰਫ ਪੜ੍ਹਨ ਨਾਲ ਹੀ ਸੰਬੰਧ ਰੱਖਦਾ ਹੈ। ਇਸ ਬਾਰੇ ਹੋਰ ਕੁਝ ਵੀ ਕਹਿਣ ਦੀ ਜਾਇ ਨਹੀਂ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਹ ਪੁਸਤਕ ਨਹੀਂ ਪੜ੍ਹੀ ਤਾਂ ਜ਼ਰੂਰ ਉੱਦਮ ਧਾਰ ਕੇ ਇਸ ਪੁਸਤਕ ਨੂੰ ਪੜ੍ਹੋ। ਅਸੀਂ ਆਸ ਕਰਦੇ ਹਾਂ ਕਿ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮੇਸ਼ਰ ਦਾ ਹੀ ਇੱਕ ਰੂਪ ਸਮਝ ਕੇ ਆਪਣਾ ਜਨਮ ਸਫਲਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।